ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਫੈਡਰਲ ਇਲੈਕਸ਼ਨਸ 2025 ਨੂੰ ਲੈ ਕੇ, ਜਿਨ੍ਹਾਂ ਦਾ ਐਲਾਨ ਹੋ ਚੁੱਕਿਆ ਹੈ। 28 ਅਪ੍ਰੈਲ 2025 ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਤੇ ਉਹਦੇ ਰਿਗਾਰਡਿੰਗ ਹੀ ਕੈਂਡੀਡੇਟਸ ਜੋ ਉੱਥੇ ਖੜੇ ਹੋਏ ਨੇ ਬਰੈਂਪਟਨ ਦੇ ਵਿੱਚ ਅਸੀਂ ਹੈਗੇ ਹਾਂ, ਉੱਥੇ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ। ਬਰੈਂਪਟਨ ਨਾਰਥ ਕੈਲਡਨ ਤੋਂ ਕੈਂਡੀਡੇਟ ਖੜੇ ਹੋਏ ਨੇ ਰੂਬੀ ਸਹੋਤਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀਆਂ ਕੀ ਸਟ੍ਰੈਟੇਜੀਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ, ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। हाँ जी बिल्कुल ठीक आ। ਆਲਮੋਸਟ ਕਿਹੜਾ ਦਿਨ ਹੋ ਗਿਆ ਹੁਣ 5 ਦਿਨ ਹੋ ਗਏ ਸਾਨੂੰ ਕੈਂਪੇਨ ਸ਼ੁਰੂ ਕੀਤੀ ਨੂੰ ਐਂਡ ਇਟਸ ਗੋਇੰਗ ਰੀਲੀ ਵੈਲ। ਸੋ ਐਕਸਾਈਟਿਡ ਹੈਗੇ ਹਾਂ ਅਸੀਂ। ਕੁਛ ਹਫ਼ਤਿਆਂ ਦੀ ਹੀ ਕੈਂਪੇਨ ਹੈਗੀ ਆ 37 days 35 days was the minimum and ਆਪਾਂ ਦੇਖ ਰਹੇ ਹਾਂ ਵੀ ਹੁਣ 31 days ਰਹਿੰਦੇ ਹੈਗੇ ਆ ਇਸ ਕੈਂਪੇਨ ਦੇ ਵਿੱਚ ਐਂਡ ਇਟਸ ਮੋਮੈਂਟਮ ਬਣ ਰਿਹਾ ਹੈਗਾ ਹੌਲੀ ਹੌਲੀ। ਮੇਰੀ ਰਾਈਡਿੰਗ ਕਾਫੀ ਬਦਲ ਗਈ ਹੈਗੀ ਆ, ਸੋ ਮੈਂ ਇੱਕ ਸਾਈਡ ਆਫ ਦ ਰਾਈਡਿੰਗ ਆਪਦੇ ਆਪ ਨੂੰ ਇੰਟਰੋਡਿਊਸ ਕਰ ਰਹੀ ਹੈਗੀ ਆ ਫਰਸਟ ਟਾਈਮ ਲਈ। ਸੋ ਭਾਵੇਂ ਮੈਂ ਇੱਕ ਸਿਟਿੰਗ MP ਪਿਛਲੇ 3 ਟਰਮ ਰਹੀ ਹੈਗੀ ਆ, ਦਿਸ ਇਜ਼ ਅ ਡਿਫਰੈਂਟ ਇਲੈਕਸ਼ਨ ਫॉर ਮੀ ਬਿਕਾਜ਼ ਇਟਸ ਅ ਵੈਰੀ ਡਿਫਰੈਂਟ ਏਰੀਆ। ਮੈਮ ਜਿਵੇਂ ਪਹਿਲਾਂ ਬਰੈਂਪਟਨ ਨਾਰਥ ਹੁੰਦਾ ਸੀ, ਜਿਵੇਂ ਤੁਸੀਂ ਦੱਸ ਰਹੇ ਹੋ, ਨਾਲ ਡਿਫਰੈਂਟ ਰਾਈਡਿੰਗ ਕੈਲਡਨ ਵੀ ਤੁਹਾਨੂੰ ਦੇ ਦਿੱਤਾ ਗਿਆ, ਤਾਂ ਕੈਲਡਨ ਐਡ ਕਰਨ ਦਾ ਕੀ ਮਕਸਦ ਹੈ? ਹਾਂਜੀ, ਸੋ ਹਰ ਇੱਕ 10 ਸਾਲ ਬਾਅਦ ਇੱਕ ਸਾਡੀ ਐਕਟ ਦੇ ਮੁਤਾਬਕ ਜੋ ਪਾਪੂਲੇਸ਼ਨ ਗਰੋਥ ਹੁੰਦੀ ਹੈਗੀ ਆ, ਕਿਉਂਕਿ ਜਿਹੜੀਆਂ ਰਾਈਡਿੰਗਸ ਹੈਗੀਆਂ ਨੇ ਉਹ ਪਾਪੂਲੇਸ਼ਨ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਨੇ, ਜੀਓਗ੍ਰਾਫੀ ਦੇ ਹਿਸਾਬ ਨਾਲ ਨਹੀਂ। ਐਂਡ ਜਨਰਲੀ ਕੈਨੇਡਾ ਦੇ ਵਿੱਚ every 100,000 people have one representative at the federal level। ਇਹ ਓਵਰ ਟਾਈਮ ਚੇਂਜ ਵੀ ਹੋ ਸਕਦਾ ਆ, ਪਰ ਇਹ ਔਨਗੋਇੰਗ ਰੂਲ ਹੈਗਾ ਆ। ਐਂਡ ਸੋ 10 ਸਾਲ ਬਾਅਦ ਇਹ ਜਿਹੜੀ ਇੰਡੀਪੈਂਡੈਂਟ ਇੱਕ ਕਮਿਸ਼ਨ ਹੈਗੀ ਆ, ਉਹ ਹਰ ਇੱਕ ਪ੍ਰੋਵਿੰਸ ਦੇ ਵਿੱਚ ਦੇਖਦੀ ਹੈਗੀ ਆ ਵੀ ਕਿੰਨੀ ਗਰੋਥ ਹੋਈ ਹੈਗੀ ਆ। ਇਸ ਏਰੀਆ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੈਗੇ ਹੋ ਵੀ ਕਾਫੀ ਗਰੋਥ ਹੋਈ ਹੈਗੀ ਆ, ਪਰ ਉਹ ਫਿਊਚਰ ਗਰੋਥ ਨੂੰ ਕਾਊਂਟ ਨਹੀਂ ਕਰਦੇ ਹੈਗੇ। ਸੋ ਪਿਛਲੇ ਸੈਂਸਸ ਨੂੰ ਲੈ ਕੇ ਚੱਲਦੇ ਹੈਗੇ ਆ। ਆਈ ਥਿੰਕ ਵੀ ਬਰੈਂਪਟਨ ਦੇ ਵਿੱਚ ਇੱਕ ਪੂਰੀਆਂ 6 ਰਾਈਡਿੰਗਸ ਗਰੋਥ ਦੇ ਹਿਸਾਬ ਨਾਲ ਆ ਸਕਦੀਆਂ ਹੈਗੀਆਂ ਨੇ, ਪਰ ਉਹਨਾਂ ਨੇ ਇਸ ਵਕਤ ਬਰੈਂਪਟਨ ਨੂੰ 5.5 ਰਾਈਡਿੰਗਸ ਬਣਾ ਦਿੱਤਾ ਹੈਗਾ। ਐਂਡ ਜੋ ਮੇਰੀ ਰਾਈਡਿੰਗ ਆ ਉਹ ਹਾਫ ਕੈਲਡਨ ਦੇ ਵਿੱਚ ਪੈਂਦੀ ਹੈਗੀ ਆ, ਟਾਊਨ ਆਫ ਕੈਲਡਨ ਨੂੰ ਰੈਪਰੈਜ਼ੈਂਟ ਕਰਨਾ ਹੈਗਾ ਆ, ਐਂਡ ਹਾਫ ਬਰੈਂਪਟਨ ਨਾਰਥ ਹੈਗਾ ਆ। ਬਰੈਂਪਟਨ ਨਾਰਥ ਦਾ ਵੀ ਜਿਹੜਾ ਮੇਰਾ ਰਾਈਡਿੰਗ ਦਾ ਹਿੱਸਾ ਸੀਗਾ, ਹੁਣ ਕਾਫੀ ਲੋਕ ਆਫਿਸ ਆ ਰਹੇ ਹੈਗੇ ਨੇ, ਪੁੱਛ ਰਹੇ ਨੇ ਵੀ ਸਾਨੂੰ ਸਾਈਨ ਸਾਡੇ ਲਾ ਜੋ ਜਾਂ ਅਤੇ ਉਹਨਾਂ ਨੂੰ ਹੁਣ ਪਤਾ ਲੱਗ ਰਿਹਾ ਹੈਗਾ ਵੀ ਮੈਂ ਹੁਣ ਉਹਨਾਂ ਦੀ ਰੈਪਰੈਜ਼ੈਂਟੇਟਿਵ ਨਹੀਂ ਹੋਊਂਗੀ। ਜੋ ਨਾਰਥ ਪਾਰਕ ਦਾ ਏਰੀਆ ਵਾ, ਪ੍ਰੋਫੈਸਰਸ ਲੇਕ ਦਾ ਏਰੀਆ, ਐਮ ਸੈਕਸ਼ਨ ਅਤੇ ਸਪਰਿੰਗਡੇਲ ਦਾ ਵੀ ਅੱਧਾ ਹਿੱਸਾ ਮੇਰੀ ਰਾਈਡਿੰਗ 'ਚੋਂ ਕੱਟਿਆ ਜਾ ਰਿਹਾ ਹੈਗਾ ਆ। I did fight a lot with the commission, like ਮੈਂ ਫਾਈਟ ਕਰਨ ਦਾ ਮਤਲਬ ਮੇਰਾ ਇਹ ਹੈਗਾ ਵੀ ਮੈਂ ਪ੍ਰੈਜੈਂਟੇਸ਼ਨ ਦਿੱਤੀ ਸੀਗੀ ਕਮਿਸ਼ਨ ਨੂੰ ਵੀ ਜਿਹੜਾ ਖਾਸ ਕਰਕੇ ਸਪਰਿੰਗਡੇਲ ਦਾ ਏਰੀਆ ਉਹਨੂੰ ਇਕੱਠਾ ਰੱਖਿਆ ਜਾਣਾ ਚਾਹੀਦਾ, ਕਿਉਂਕਿ ਇਹ ਕਮਿਊਨਿਟੀ ਇਕੱਠੀ ਡਿਵੈਲਪ ਹੋਈ ਸੀ। ਇਸ ਕਮਿਊਨਿਟੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣ ਰਹੀ ਹੈਗੀ ਹਾਂ ਓਵਰ ਟਾਈਮ, ਐਂਡ ਆਈ ਡੂ ਫੀਲ ਵੀ ਉਸ ਕਮਿਊਨਿਟੀ ਰੈਪਰੈਜ਼ੈਂਟੇਟਿਵ ਲਈ ਦੇ ਤੌਰ ਉਹਨਾਂ ਨੂੰ ਕਾਫੀ ਕਨਫਿਊਜ਼ਿੰਗ ਹੋ ਜਾਣਾ ਹੈਗਾ ਆ ਜਿਸ ਨੂੰ ਡਿਵਾਈਡ ਕੀਤਾ ਗਿਆ। ਪਰ ਚਲੋ ਜੋ ਇੰਡੀਪੈਂਡੈਂਟ ਕਮਿਸ਼ਨ ਹੈਗੀ ਆ, ਸੋ ਉਹਨਾਂ ਨੇ ਆਪਦਾ ਹੀ ਡਿਸੀਜ਼ਨ ਲੈਣਾ ਹੈਗਾ। ਸੋ ਇਟ ਇਜ਼ ਥੋੜ੍ਹਾ ਜਿਹਾ ਕੰਪਲੈਕਸ ਹੈਗਾ। ਜਿਹੜੇ ਲੋਕ ਪਤਾ ਕਰਨਾ ਚਾਹੁੰਦੇ ਹੈਗੇ ਆ ਉਹ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਨੂੰ ਦੇਖ ਸਕਦੇ ਆ ਜਾਂ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਆ। ਮੇਰੀ ਰਾਈਡਿੰਗ ਹਾਈਵੇ 10 ਤੋਂ ਲੈ ਕੇ ਬੋਵੇਰਡ ਤੱਕ, ਬੋਵੇਰਡ ਤੋਂ ਡਿਕਸੀ ਨਾਰਥ, ਐਂਡ ਦੈਨ ਸੈਂਡਲਵੁੱਡ ਤੋਂ ਟੋਰਬਰਮ, ਐਂਡ ਟੋਰਬਰਮ ਮੇਫੀਲਡ ਤੱਕ। ਦੈਨ ਜਿਹੜਾ ਕੈਲਡਨ ਦਾ ਹਿੱਸਾ ਹੈਗਾ ਉਹ ਵਿੰਸਟਨ ਚਰਚਿਲ ਤੋਂ ਲੈ ਕੇ ਬਹੁਤ ਦੂਰ ਦਾ ਹਿੱਸਾ ਹੈਗਾ ਆ, ਮੇਫੀਲਡ ਤੱਕ, ਗੋਰ ਰੋਡ ਤੱਕ ਔਨ ਦੀ ਈਸਟ ਸਾਈਡ, ਐਂਡ ਉਤਲੀ ਨਾਰਥ ਸਾਈਡ ਕਿੰਗ ਸਟਰੀਟ ਤੱਕ ਆਉਂਦਾ ਹੈਗਾ। ਸੋ ਜੇ ਤੁਸੀਂ ਇਸ ਏਰੀਆ ਦੇ ਵਿੱਚ ਰਹਿੰਦੇ ਹੈਗੇ ਹੋ ਦੈਨ ਪਲੀਜ਼ contact my campaign office। ਤੁਸੀਂ ਇਨਵੋਲਵ ਹੋਣਾ ਚਾਹੁੰਦੇ ਹੋ, ਵੋਲੰਟੀਅਰ ਕਰਨਾ ਚਾਹੁੰਦੇ ਹੋ, ਜਾਂ ਮੈਨੂੰ ਕੋਈ ਸਲਾਹ ਜਾਂ ਫੀਡਬੈਕ ਦੇਣਾ ਚਾਹੁੰਦੇ ਹੈਗੇ ਹੋ, ਦੈਨ ਜੀ ਸਦਕੇ ਪਲੀਜ਼ contact me। ਮੈਂ ਇੱਕ ਬਹੁਤ ਐਕਸੈਸਿਬਲ MP ਹੈਗੀ ਹਾਂ, ਹਰ ਇੱਕ ਦੀ ਗੱਲ ਮੈਂ ਸੁਣਦੀ ਹੈਗੀ ਹਾਂ। ਕੋਸ਼ਿਸ਼ ਕਰੀ ਦੀ ਆ ਵੀ ਉਸ ਗੱਲ ਨੂੰ ਉਹਨਾਂ ਦੀ ਰੇਜ਼ ਹਮੇਸ਼ਾ ਕੀਤੀ ਜਾਵੇ, and I try to look for the best outcome for, to make the most amount of people happy। Of course ਸਭ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਹੈਗਾ, ਪਰ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਆ। ਮੈਮ ਜਿਵੇਂ ਕਿ ਤੁਸੀਂ ਫਸਟ ਟਾਈਮ 2015 ਦੇ ਵਿੱਚ ਇਲੈਕਸ਼ਨਸ ਦੇ ਵਿੱਚ ਆਏ ਸੀ ਤਾਂ ਤੁਸੀਂ ਜਿੱਤ ਹਾਸਲ ਕੀਤੀ ਸੀ, ਉਸ ਤੋਂ ਬਾਅਦ ਹੁਣ ਲਗਾਤਾਰ ਚੌਥੀ ਵਾਰ ਤੁਸੀਂ ਇਲੈਕਸ਼ਨਸ ਵਿੱਚ ਖੜੇ ਹੋਏ ਹੋ, ਤੁਹਾਨੂੰ ਫਰਕ ਲੱਗ ਰਿਹਾ 2015 ਤੋਂ ਬਾਅਦ 2025 ਕੀ ਡਿਫਰੈਂਸ ਲੱਗ ਰਿਹਾ ਤੁਹਾਨੂੰ?
ਯੈਸ ਬਹੁਤ ਵੱਡਾ ਡਿਫਰੈਂਸ ਹੈਗਾ ਆ 2025 ਦੇ ਵਿੱਚ ਇੱਕ ਬਹੁਤ ਲੰਬੀ ਕੈਂਪੇਨ ਸੀ ਮੈਨੂੰ ਲੱਗਦਾ ਮੈਂ 1 ਸਾਲ ਕੈਂਪੇਨਿੰਗ ਤੇ ਲੱਗੀ ਰਹੀ ਸੀਗੀ 15 ਦੇ ਵਿੱਚ ਯੈਸ ਕਿਉਂਕਿ ਪਹਿਲਾਂ ਮੇਰੀ ਨੋਮੀਨੇਸ਼ਨ ਹੋਈ ਸੀਗੀ ਨੋਮੀਨੇਸ਼ਨ ਇਸ ਰਾਈਡਿੰਗ ਦੀ ਬਹੁਤ ਹੀ ਜ਼ਿਆਦਾ ਟਫ ਸੀਗੀ ਇਟ ਵਾਸ ਲਾਈਕ ਦ ਸੈਕੰਡ ਲਾਰਜੈਸਟ ਨੋਮੀਨੇਸ਼ਨ ਇਨ ਦ ਕੰਟਰੀ ਉਸ ਵਕਤ ਇੱਕ ਸਰੀ ਦੇ ਵਿੱਚ ਇਸ ਤੋਂ ਵੱਡੀ ਨੋਮੀਨੇਸ਼ਨ ਸੀ ਸੈਕੰਡ ਤੇ ਬਰੈਂਪਟਨ ਨਾਰਥ ਦੀ ਨੋਮੀਨੇਸ਼ਨ ਆਈ ਸੀ ਸੋ ਕੰਪੈਟੀਟਿਵ ਸੀਗਾ ਬਹੁਤ ਜ਼ਿਆਦਾ ਕੰਪੈਟੀਟਿਵ ਸੀਗਾ ਉਸ ਵਕਤ ਐਂਡ ਇਸ ਪਾਰਟੀ ਦੀ ਸਿਰਫ ਉਹ ਕੈਂਡੀਡੇਟ ਬਣਨ ਲਈ ਸੋ ਉਹਦੀ ਪਹਿਲਾਂ ਕੈਂਪੇਨਿੰਗ ਕੀਤੀ ਉਹਦੇ 'ਤੇ ਕੰਮ ਕੀਤਾ ਨੋਮੀਨੇਸ਼ਨਸ ਐਜ਼ ਲੋਟ ਆਫ ਪੀਪਲ ਨੋ ਕਾਫੀ ਟਫ ਪ੍ਰੋਸੈਸ ਹੁੰਦਾ ਹੈਗਾ ਆ ਬਟ ਵੀ ਗੋਟ ਥਰੂ ਦੈਟ ਐਂਡ ਉਸ ਦੇ ਵਿੱਚ ਬਹੁਤ ਲੋਕਾਂ ਨੇ ਸਪੋਰਟ ਕੀਤੀ ਹੈਗੀ ਪਰ ਸਾਡੀ ਕੋਰ ਫੈਮਿਲੀ ਐਂਡ ਫਰੈਂਡਸ ਦੀ ਟੀਮ ਸੀਗੀ ਜ਼ਿਆਦਾ ਕੈਂਪੇਨ ਟਾਈਮ ਤੇ ਟੀਮ ਥੋੜੀ ਜੀ ਵੱਧ ਗਈ ਸੀਗੀ ਬਟ ਫਿਰ ਵੀ ਆਈ ਵਾਜ਼ ਵੈਰੀ ਯੰਗ ਐਟ ਦ ਟਾਈਮ ਆਈ ਮੀਨ ਨਾਟ ਵੈਰੀ ਯੰਗ ਪਰ ਆਈ ਵਾਜ਼ ਅ ਯੰਗ ਮੋਮ it was very challenging ਪਰ it's always been my passion ਛੋਟੀ ਹੁੰਦੀ ਤੋਂ ਮੇਰਾ politics ਦੇ ਵਿੱਚ ਬਹੁਤ interest ਰਿਹਾ ਹੈਗਾ ਆ I think ਐਲੀਮੈਂਟਰੀ ਸਕੂਲ ਤੋਂ ਤੁਸੀਂ ਲਾ ਲਓ ਮੈਨੂੰ ਨਿਊਜ਼ ਦੇਖਣ ਦਾ ਬਹੁਤ ਸ਼ੌਕ ਸੀਗਾ ਰੋਜ਼ ਹੀ ਅਤੇ ਨਿਊਜ਼ ਦੇ ਆਈਟਮਸ 'ਤੇ ਡਿਸਕਸ਼ਨ ਕਰਨਾ ਮੈਂ ਆਪਣੇ ਸਟੂਡੈਂਟ ਕਾਊਂਸਲ ਦੇ ਵਿੱਚ ਵੀ ਰਹੀ ਹਾਂ ਕਲਾਸ ਹਾਈ ਸਕੂਲ ਦੇ ਵਿੱਚ ਪ੍ਰੈਜ਼ੀਡੈਂਟ ਲਈ ਵੀ ਮੈਂ ਖੜ੍ਹੀ ਸੀਗੀ ਸੋ ਮੇਰਾ ਹਾਈ ਸਕੂਲ ਅਤੇ ਸਕੂਲ ਵੇਲੇ 'ਚ ਹੀ ਮੈਂ ਇਲੈਕਸ਼ਨਸ ਦੇ ਵਿੱਚ ਇਨਵੋਲਵਡ ਹੋ ਗਈ ਸੀਗੀ I studied political science in university and peace studies ਉਸ ਤੋਂ ਬਾਅਦ ਮੈਂ ਵਕਾਲਤ ਕੀਤੀ ਸੀਗੀ ਵਕਾਲਤ ਤੋਂ ਬਾਅਦ ਮੈਂ 5-6 ਸਾਲ ਕੰਮ ਕੀਤਾ ਸੀਗਾ ਐਂਡ complex commercial litigation and trade law ਥੋੜਾ ਜਿਹਾ criminal work ਵੀ ਕੀਤਾ ਸੀਗਾ and ਉਸ ਤੋਂ ਬਾਅਦ ਮੇਰਾ ਡਿਜ਼ਾਇਰ ਸੀਗਾ ਵੀ ਉਹ ਤਾਂ ਠੀਕ ਹੈ ਤੁਸੀਂ ਕੋਈ ਕੰਪਨੀ ਜਾਂ ਕਲਾਇੰਟ ਲਈ ਕੰਮ ਕਰਦੇ ਹੈਗੇ ਉਹਦੇ ਨਾਲ ਕਾਫੀ ਸਕਿੱਲਸ ਐਂਡ ਐਕਸਪੀਰੀਅੰਸ ਮੈਨੂੰ ਜ਼ਰੂਰ ਮਿਲਿਆ ਪਰ ਕਿਤੇ ਨਾ ਕਿਤੇ ਅੰਦਰ ਮੇਰੀ ਡਿਜ਼ਾਇਰ ਸੀਗੀ ਮੈਂ ਹੋਰ ਲੋਕਾਂ ਨੂੰ ਰੈਪਰੈਜ਼ੈਂਟ ਕਰ ਸਕਾਂ ਇਨ ਅ ਡਿਫਰੈਂਟ ਵੇ ਔਨ ਇਸ਼ੂਜ਼ ਦੈਟ ਮੈਟਰ ਟੂ ਦੈਮ ਔਨ ਹਿਊਮਨ ਰਾਈਟਸ ਇਸ਼ੂਜ਼ ਔਨ ਕਮਿਊਨਿਟੀ ਇਸ਼ੂਜ਼ ਐਂਡ economic issues 'ਤੇ ਵੀ ਮੈਨੂੰ ਰੈਪਰੈਜ਼ੈਂਟ ਕਰਨ ਦਾ ਮੌਕਾ ਮਿਲ ਰਿਹਾ ਐਂਡ ਖਾਸ ਕਰਕੇ ਇਸ ਇਲੈਕਸ਼ਨ ਦਾ ਜਿਹੜਾ ਖਾਸ ਫੋਕਸ ਹੈਗਾ ਆ ਇਟ ਇਜ਼ ਦੀ ਇਕੋਨਮੀ ਤੇ ਮੈਮ ਜਿਵੇਂ ਤੁਸੀਂ ਆਪਣਾ ਪੂਰਾ ਕੰਮ ਪੂਰੀ ਡੈਡੀਕੇਸ਼ਨ ਦੇ ਨਾਲ ਕਰਦੇ ਹੋ ਇਸੇ ਕਰਕੇ ਲੋਕਾਂ ਵੱਲੋਂ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਹੈ ਤੇ 9 ਸਾਲ ਤੋਂ ਉੱਪਰ ਸਮਾਂ ਹੋ ਗਿਆ ਲਿਬਰਲ ਸਰਕਾਰ ਨੂੰ ਆਈ ਨੂੰ ਇੱਥੇ ਕੈਨੇਡਾ ਦੇ ਵਿੱਚ ਤੇ ਇੱਕ ਵਾਰੀ ਜੇ ਆਪਾਂ ਕੰਮਾਂ ਦੀ ਗੱਲ ਕਰੀਏ ਕਿ ਕੀ ਕੰਮ ਨੇ ਤੁਹਾਡੇ ਵੱਲੋਂ ਕੀਤੇ ਗਏ ਨੇ ਉਹ ਦਰਸ਼ਕਾਂ ਨਾਲ ਸਾਂਝੇ ਕਰ ਦਿਓ ਹਾਂਜੀ ਫੈਡਰਲ ਲੈਵਲ 'ਤੇ ਲਿਬਰਲ ਸਰਕਾਰ ਓਵਰ 9 years ਦੀ ਹੈਗੀ ਆ ਪਰ ਵੀ ਹੈਵ ਅ ਲੋਟ ਆਫ ਡਾਈਵਰਸਿਟੀ ਇਨ ਡਿਫਰੈਂਟ ਅਦਰ ਵੇਜ਼ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਹੋਰ ਪਾਰਟੀ ਦੀ ਹੈਗੀ ਆ ਐਂਡ ਆਰ ਪਾਰਟੀਜ਼ ਆਰ ਡਿਫਰੈਂਟ ਫੈਡਰਲੀ ਐਂਡ ਪ੍ਰੋਵਿੰਸ਼ੀਅਲੀ ਈਵਨ ਜੋ ਲਿਬਰਲ ਪਾਰਟੀ ਹੈਗੀ ਆ ਪ੍ਰੋਵਿੰਸ਼ੀਅਲੀ ਉਹ ਇੱਕ ਡਿਫਰੈਂਟ ਪਾਰਟੀ ਹੈਗੀ ਆ ਮਿਊਨਿਸਪਲ ਲੈਵਲ 'ਤੇ ਤੁਹਾਨੂੰ ਡਿਫਰੈਂਟ ਰਾਈਟ ਮਿਲਦੀ ਹੈਗੀ ਆ ਸੋ ਆਈ ਥਿੰਕ ਕਿਤੇ ਨਾ ਕਿਤੇ ਸਪੈਸ਼ਲੀ ਓਨਟਾਰੀਓ ਦੇ ਵਿੱਚ ਪੀਪਲ ਲਾਈਕ ਦੈਟ ਡਿਫਰੈਂਟ ਪਾਰਟੀਜ਼ ਰਲ ਮਿਲ ਕੇ ਕੰਮ ਇਕੱਠਾ ਕਰਨ ਐਂਡ ਇਹ ਵੀ ਇੱਕ ਚੀਜ਼ ਮੈਂ ਹਾਈਲਾਈਟ ਕਰਨਾ ਚਾਹੁੰਦੀ ਹੈਗੀ ਹਾਂ ਵੀ ਜੋ ਇਸ ਏਰੀਆ ਦੇ MPP ਹੈਗੇ ਨੇ ਐਂਡ ਈਵਨ ਕੈਲਡਨ ਦੇ ਜੋ MPP ਇਸ ਵਕਤ ਹੈਗੇ ਨੇ ਆਈ ਹੈਵ ਅ ਗੁੱਡ ਰਿਲੇਸ਼ਨਸ਼ਿਪ ਵਿਥ ਆਲ ਆਫ ਦਮ ਜੋ ਬਰੈਂਪਟਨ ਐਂਡ ਕੈਲਡਨ ਦੇ ਸਿਟੀ ਕਾਉਂਸਲਰਸ ਨੇ ਉਹਨਾਂ ਨਾਲ ਵੀ ਮੇਰਾ ਬਹੁਤ ਵਧੀਆ ਰਿਲੇਸ਼ਨਸ਼ਿਪ ਹੈਗਾ ਆ ਐਂਡ ਮੈਂ ਸਾਰਿਆਂ ਨਾਲ ਰਲ ਮਿਲ ਕੇ ਕੰਮ ਕਰ ਸਕਦੀ ਹੈਗੀ ਹਾਂ ਐਂਡ ਜੋ ਤੁਸੀਂ ਇਸ਼ੂਜ਼ 'ਤੇ ਗੱਲ ਕਰ ਰਹੇ ਸੀਗੇ ਰਾਈਟ ਜੋ ਇਸ਼ੂਜ਼ ਇਸ ਇਲੈਕਸ਼ਨ ਦੇ ਵਿੱਚ ਆਪਾਂ ਦੇਖ ਰਹੇ ਹੈਗੇ ਹਾਂ ਉਹ ਖਾਸ ਕਰਕੇ ਡੋਰ ਟੂ ਡੋਰ ਜਦੋਂ ਮੈਂ ਜਾ ਰਹੀ ਹਾਂ 2 ਦਿਨ ਦਾ ਤਾਂ ਹੁਣ ਆਟੋ ਟੈਰਿਫਸ ਦਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈਗਾ ਆ ਐਂਡ ਪ੍ਰੈਜ਼ੀਡੈਂਟ ਟਰੰਪ ਨਾਲ ਅੱਜ ਲੀਡਰ ਮਾਰਕ ਕਾਰਨੀ ਦੀ ਗੱਲ ਹੋਈ ਹੈਗੀ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਅਤੇ ਉਹ ਕਹਿੰਦੇ ਆ ਕਾਫੀ ਚੰਗੀ ਗੱਲਬਾਤ ਰਹੀ ਹੈਗੀ ਆ ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਆਪ ਹੀ ਕਹਿ ਰਿਹਾ that it was very productive conversation and so we delivered a lot of things for Canadians in these 9 years ਪਰ ਇਹ ਜਿਹੜਾ ਵਕਤ ਹੈਗਾ ਆ ਇਹ ਵਕਤ ਹੁਣ ਲੋਕ ਥੋੜ੍ਹਾ ਜਿਹਾ ਡਾਇਰੈਕਸ਼ਨ ਚੇਂਜ ਪਾਲਦੇ ਹੈਗੇ ਆ ਐਂਡ ਫੋਕਸ ਦਾ ਚੇਂਜ ਐਂਡ ਸੋ ਤਾਂ ਹੀ ਅਸੀਂ ਇੱਕ ਨਵੇਂ ਲੀਡਰ ਦੇ ਨਾਲ ਇੱਕ ਨਵੀਂ ਵਿਜ਼ਨ ਦੇ ਨਾਲ ਇਸ ਵਕਤ ਨੂੰ ਟੈਕਲ ਕਰਨਾ ਚਾਹੁੰਦੇ ਹੈਗੇ ਆ ਐਂਡ ਆਈ ਰੀਅਲੀ ਬਲੀਵ ਦੈਟ ਜੋ ਮੇਰੀ ਖੁਦ ਦੀ ਐਕਸਪੀਰੀਅੰਸ ਹੈਗੀ ਆ ਹੋਰ ਕੈਂਡੀਡੇਟਸ ਦੀ ਐਕਸਪੀਰੀਅੰਸ ਹੈਗੀ ਆ ਐਂਡ ਜੋ ਸਾਡੇ ਲੀਡਰ ਦੀ ਐਕਸਪੀਰੀਅੰਸ ਹੈਗੀ ਆ ਉਹ ਕੰਬਾਈਨ ਕਰਕੇ ਅਸੀਂ ਬੈਸਟ ਹੈਂਡਲ ਕਰ ਪਾਵਾਂਗੇ ਜੋ ਟਰੰਪ ਵਿਨਿਓ ਚੈਲੰਜਸ ਹੈਗੇ ਨੇ ਐਂਡ ਜੋ ਹੋਰ ਵੀ ਆਪਣੀ ਦੁਨੀਆ ਗਲੋਬਲੀ ਬਦਲ ਰਹੀ ਹੈਗੀ ਆ ਇਸ ਟਾਈਮ ਦੇ ਵਿੱਚ ਡੈਮੋਕ੍ਰੇਸੀ ਦੇ ਵੀ ਚੈਲੰਜਸ ਹੈਗੇ ਆ ਬਹੁਤ ਗੱਲਾਂ ਹੈਗੀਆਂ ਨੇ ਪੈਂਡੈਮਿਕ ਤੋਂ ਬਾਅਦ ਜੋ ਚੇਂਜਸ ਆਏ ਹੈਗੇ ਨੇ ਉਹਨਾਂ ਨੂੰ ਬੈਕ ਔਨ ਟਰੈਕ ਲੈ ਕੇ ਆਉਣ ਲਈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ
ਬੈਂਕ ਆਫ ਇੰਗਲੈਂਡ ਦਾ ਗਵਰਨਰ ਬਣਾਉਣਾ ਪਹਿਲੀ ਵਾਰ ਕਿਸੇ ਬੰਦੇ ਨੂੰ ਆਪਦੇ ਮੁਲਕ ਚੋਂ ਬਾਹਰਲੇ ਬੰਦੇ ਨੂੰ ਲੈ ਕੇ ਆਉਣਾ ਬੈਂਕ ਆਫ ਇੰਗਲੈਂਡ ਦਾ ਗਵਰਨਰ ਬਣਾਉਣਾ ਫਸਟ ਟਾਈਮ ਹੋਇਆ ਸੀਗਾ ਉਸ ਟਾਈਮ 'ਤੇ ਐਂਡ ਇਹ ਤਾਂ ਹੋਇਆ ਸੀਗਾ ਕਿਉਂਕਿ ਉਹ ਵੀ ਬਹੁਤ ਇੱਕ ਯੂਨੀਕ ਚੈਲੰਜ ਦੇ ਨਾਲ ਡੀਲ ਕਰ ਰਹੇ ਸੀਗੇ ਪਹਿਲਾਂ ਉਹ EU ਦੇ ਨਾਲ ਰਲ ਗਏ ਸੀਗੇ EU ਤੋਂ ਬਾਅਦ ਪ੍ਰੈਜ਼ੀਡੈਂਟ ਬੋਰਿਸ ਨੇ ਡਿਸਾਈਡ ਕੀਤਾ ਸੀਗਾ ਵੀ ਉਹਨਾਂ ਨੇ EU ਚੋਂ ਨਿਕਲਣਾ ਹੈਗਾ ਜਿਹਨੂੰ ਬ੍ਰੈਕਸਿਟ ਕਹਿੰਦੇ ਸੀਗੇ ਉਹ ਬ੍ਰੈਕਸਿਟ ਇਸ਼ੂ ਕਰਕੇ ਐਕਨੋਮਿਕ ਹਿਲਜੁਲ ਬਹੁਤ ਹੋਣੀ ਸੀਗੀ ਐਂਡ ਹੋਈ ਵੀ ਸੀਗੀ ਬਟ they chose Mark Carney to deal with that time because they knew they needed the right experience ਜੋ ਸਹੀ policies ਬਣਾ ਸਕੇ ਉਸ ਟਾਈਮ ਲਈ ਉਸ ਚੀਜ਼ ਨੂੰ ਟੈਕਲ ਕਰਨ ਲਈ ਐਂਡ ਇਹ ਵੀ ਜੋ ਟਾਈਮ ਹੈਗਾ ਆ ਅਸੀਂ ਨਾਫਟਾ ਦਾ ਇੱਕ ਹਿੱਸਾ ਬਣੇ ਹੋਏ ਹੈਗੀਆਂ ਬਹੁਤ ਵਧੀਆ ਟ੍ਰੇਡ ਨੈਗੋਸ਼ੀਏਸ਼ਨਸ ਹਮੇਸ਼ਾ ਟ੍ਰੇਡ ਰਿਲੇਸ਼ਨਸ਼ਿਪ ਆਈ ਸ਼ੁਡ ਸੇ ਆਈ ਗੈਸ ਟ੍ਰੇਡ ਰਿਲੇਸ਼ਨਸ਼ਿਪ ਰਿਹਾ ਹੈਗਾ ਅਮਰੀਕਾ ਦੇ ਨਾਲ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਇਸ ਤਰ੍ਹਾਂ ਦਾ ਵਕਤ ਆਊਗਾ ਜਿੱਥੇ ਅਸੀਂ ਭਾਈਆਂ ਦੇ ਵਾਂਗੂ ਚੱਲਦੇ ਆ ਰਹੇ ਹੈਗੇ ਆ ਕਿੰਨੇ ਟਾਈਮ ਤੋਂ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਊਗੀ ਪਰ ਚਲੋ ਠੀਕ ਆ ਅਮਰੀਕਨਸ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇਲੈਕਟ ਕੀਤਾ ਹੈਗਾ ਇਹ ਪ੍ਰੈਜ਼ੀਡੈਂਟ ਟਰੰਪ ਦੀ ਸੋਚ ਹੈਗੀ ਆ ਸਾਨੂੰ ਕੁਛ ਗਲਤ ਲੱਗਦੀ ਹੈਗੀ ਆ ਕਿਉਂਕਿ ਇਹਦੇ 'ਚ ਅਮਰੀਕਨਸ ਦਾ ਵੀ ਨੁਕਸਾਨ ਹੋਊਗਾ ਐਂਡ ਆਈ ਥਿੰਕ ਅਮਰੀਕਨਸ ਵੀ ਕੁਛ ਨਾ ਕੁਛ ਰੀਅਲਾਈਜ਼ ਕਰ ਰਹੇ ਹੈਗੇ ਆ ਵੀ ਅਸੀਂ ਤਾਂ ਚੀਪਰ ਪ੍ਰਾਈਸਿਸ ਮੋਰ ਅਫੋਰਡੇਬਿਲਿਟੀ ਲਈ ਇਲੈਕਟ ਕੀਤਾ ਸੀਗਾ ਪਰ ਇਹ ਜੋ ਟੈਰਿਫਸ ਹੈਗੇ ਨੇ ਇਹ ਦੋਨੇ ਹੀ ਪਾਸੇ ਅਫੋਰਡੇਬਿਲਿਟੀ ਨੂੰ ਇਸ ਤੋਂ ਵੀ ਜ਼ਿਆਦਾ ਚੈਲੰਜਿੰਗ ਬਣਾਉਣਗੇ ਸੋ ਆਈ ਥਿੰਕ ਕਿਤੇ ਨਾ ਕਿਤੇ ਉਹ ਵੀ ਰੀਅਲਾਈਜ਼ ਕਰਦੇ ਨੇ ਅੱਜ ਦੀ ਕਨਵਰਸੇਸ਼ਨ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਹੋਈ ਆ ਹੋਪਫੁਲੀ ਦੇ ਰੀਅਲਾਈਜ਼ ਈਵਨ ਫਰਦਰ ਵੀ ਜਿਹੜੀ ਆਪਣਾ ਇੰਟੀਗ੍ਰੇਟਿਡ ਆਟੋ ਸੈਕਟਰ ਹੈਗਾ ਆ ਜਿਹਦੇ ਨਾਲ ਆਪਣੇ ਲਈ ਕਾਰਾਂ ਅਫੋਰਡੇਬਲ ਪ੍ਰਾਈਸਿਸ 'ਤੇ ਬਣ ਸਕਦੀਆਂ ਹੈਗੀਆਂ ਨੇ ਉਹਨੂੰ ਉਸ ਰਿਲੇਸ਼ਨਸ਼ਿਪ ਨੂੰ ਡੈਮੇਜ ਕਰਕੇ ਅਮਰੀਕਨ ਕੰਪਨੀਜ਼ ਨੂੰ ਬਹੁਤ ਨੁਕਸਾਨ ਹੋਊਗਾ and so this is what we're negotiating with them to make sure apni auto sector strong reve kal vi jo announcement ਅਸੀਂ ਕੀਤੀ ਹੈਗੀ ਆ it is to build a fund for our auto sector and ਇਸ ਵਾਰ ਅਸੀਂ ਇਹ ਭੁਲੇਖਾ ਵੀ ਦੁਬਾਰਾ ਨਹੀਂ ਖਾਵਾਂਗੇ we're going to make sure ਵੀ ਆਪਣੀ ਇੰਡਸਟਰੀ ਜਿਹੜੀਆਂ ਕੈਨੇਡਾ ਦੇ ਵਿੱਚ ਨੇ ਉਹਨੂੰ ਮਜ਼ਬੂਤ ਕਰੀਏ ਹੋਰ ਸਟਰੋਂਗ ਕਰੀਏ ਜਿਹੜੇ raw materials ਵੀ ਨੇ ਆਪਣੇ ਹੀ ਕੈਨੇਡਾ ਦੇ ਵਿੱਚ ਲਈਏ ਭਾਵੇਂ ਉਹ ਥੋੜੀ ਵੱਧ ਜਾਂ ਘੱਟ ਪ੍ਰਾਈਸ ਤੇ ਲੈਣੇ ਪੈਣ ਪਰ ਆਪਾਂ ਆਪਣੀ ਇੰਡਸਟਰੀਜ਼ ਨੂੰ ਬਣਾਈਏ ਮਾਈਨਿੰਗ ਨੂੰ ਇਨਕਰੀਜ਼ ਕਰੀਏ ਆਪਣੇ ਕੋਲ ਬਹੁਤ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇੱਥੇ ਯੂਜ਼ ਕੀਤੀਆਂ ਜਾ ਸਕਦੀਆਂ ਹੈਗੀਆਂ ਨੇ ਨੇਵੀ ਦੀ ਅਨਾਊਂਸਮੈਂਟ ਹੋਈ ਆ ਵੀ ਬਹੁਤ ਘੱਟ ਮੁਲਕ ਨੇ ਜਿੱਥੇ ਸਮੁੰਦਰ 3 ਪਾਸੇ ਲੱਗਦਾ ਹੈਗਾ ਆ ਇਸ ਮੁਲਕ ਦਾ ਲੱਗਦਾ ਹੈਗਾ ਵੀ ਹੈਵ ਅ ਲੋਟ ਆਫ ਫਰੈਸ਼ ਵਾਟਰ ਐਜ਼ ਵੈਲ ਪਰ ਅ ਲੋਟ ਆਫ ਓਸ਼ਨ ਕੋਸਟਲਾਈਨ ਉਸ ਓਸ਼ਨ ਨੂੰ ਪ੍ਰੋਟੈਕਟ ਕਰਨ ਲਈ ਆਪਦੀ ਸੋਵਰਨਟੀ ਜਮਾਉਣ ਲਈ ਵੀ ਹੈਵ ਟੂ ਮੇਕ ਸ਼ੋਰ ਦੈਟ ਆਰ ਨੇਵੀ ਇਜ਼ ਸਟਰੋਂਗ ਆਰ ਆਰਮੀ ਇਜ਼ ਸਟਰੋਂਗ ਸੋ ਇਹ ਸਾਰੀਆਂ ਚੀਜ਼ਾਂ 'ਤੇ ਅਸੀਂ ਧਿਆਨ ਰੱਖ ਰਹੇ ਹੈਗੇ ਆ ਆਰਕਟਿਕ ਜੋ ਸਟ੍ਰੈਟਜੀ ਬਣ ਰਹੀ ਹੈਗੀ ਆਪਣੇ ਆਰਕਟਿਕ ਏਰੀਆ ਲਈ ਕਿਉਂਕਿ ਜੋ ਨੇਟੋ ਦਾ ਰਿਲੇਸ਼ਨਸ਼ਿਪ ਨੋਰੈਡ ਦਾ ਜੋ ਵਰਲਡ ਆਰਡਰ ਬਣਿਆ ਹੋਇਆ ਸੀ ਉਹ ਵਰਲਡ ਆਰਡਰ 'ਚ ਕੁਛ ਚੇਂਜ ਆ ਰਹੀ ਹੈਗੀ ਇਸ ਵਕਤ ਸਪੈਸ਼ਲੀ ਪ੍ਰੈਜ਼ੀਡੈਂਟ ਟਰੰਪ ਅਤੇ ਰਸ਼ੀਆ ਦੀ ਰਿਲੇਸ਼ਨਸ਼ਿਪ ਨੂੰ ਦੇਖ ਕੇ ਸੋ ਵੀ ਨੀਡ ਸਮਬਡੀ a team that can be very experienced to handle this and that can pivot and make sure that these things are our priority so ਸਾਡੀ announcements ਦੇ ਵਿੱਚ ਤੁਸੀਂ ਉਹੀ ਸੁਣ ਰਹੇ ਹੋ and of course affordability and jobs is most important ਤਾਂ ਹੀ ਇੱਕ middle class tax cut ਵੀ announce ਕੀਤਾ ਗਿਆ ਹੈਗਾ ਆ ਪਰ jobs ਦੀ growth ਵੀ ਅਸੀਂ trade ਦੇ through ਵੀ ਕਰਾਂਗੇ I mean with Europe and other countries ਜਿਨ੍ਹਾਂ ਦੇ ਨਾਲ agreements ਬਣਾਈਆਂ ਹੈਗੀਆਂ ਨੇ ਪਰ ਖੁਦ ਦੀਆਂ ਇੰਡਸਟਰੀਜ਼ ਨੂੰ strengthen ਕਰਕੇ ਉਹਨਾਂ ਨੂੰ expand ਕਰਕੇ ਉਸ ਦੇ through ਵੀ ਕੈਨੇਡਾ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਤੇ ਮੈਮ ਇਸ ਤੋਂ ਇਲਾਵਾ ਇੱਕ ਹੋਰ ਜੋ ਮੁੱਦਾ ਬਹੁਤ ਚੱਕਿਆ ਜਾਂਦਾ ਹੈ ਕ੍ਰਾਈਮ ਨੂੰ ਲੈ ਕੇ ਬਹੁਤ ਜ਼ਿਆਦਾ ਇੱਥੇ ਵਧਿਆ ਬਰੈਂਪਟਨ ਦੀ ਜਦੋਂ ਗੱਲ ਕਰਦੇ ਹਾਂ ਇੱਥੇ ਆਟੋ ਥੈਫਟ ਬਹੁਤ ਜ਼ਿਆਦਾ ਆ ਇੱਕ ਇੱਥੇ ਗੋਲੀਬਾਰੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਮਿਸਟੇਕਨ ਆਇਡੈਂਟੀਟੀ ਦੇ ਵੀ ਕਾਫੀ ਸਾਰੇ ਮਾਮਲੇ ਸੁਣਨ ਨੂੰ ਮਿਲਦੇ ਆ ਉਸ ਤੋਂ ਬਾਅਦ ਜੁਐਲਰੀ ਸਟੋਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹਨਾਂ ਸਾਰੇ ਕੰਮਾਂ ਨੂੰ ਲੈ ਕੇ ਇਹਨਾਂ ਨੂੰ ਰੋਕਣ ਦੇ ਲਈ ਤੁਹਾਡਾ ਕੀ ਪਲਾਨ ਹੈ ਤੁਹਾਡੀ ਸਰਕਾਰ ਦਾ ਹਾਂਜੀ ਸੋ ਇਸ ਚੀਜ਼ ਨੂੰ ਰੋਕਣ ਨੂੰ ਹੁਣ ਕਾਫੀ ਮਹੀਨਿਆਂ ਤੋਂ ਆਈ ਵੁੱਡ ਸੇ ਪਿਛਲੇ ਸਾਲ ਤੋਂ province, federal government and ਜੋ municipal regional policing ਹੈਗੀ ਆ ਉਹ ਰਲ ਮਿਲ ਕੇ different approach ਲੈ ਰਹੀ ਹੈਗੀ ਆ ਜੋ ਸਾਡੇ ਖਾਤੇ ਦੇ ਵਿੱਚ ਪੈਂਦਾ ਹੈਗਾ ਆ ਜਿਸ ਤਰ੍ਹਾਂ border security ਜਾਂ ਜੋ federal force RCMP ਹੁੰਦੀ ਆ ਉਹਦੇ ਵਿੱਚ ਵਾਧਾ ਕੀਤਾ ਜਾ ਰਿਹਾ ਸੀ border 'ਤੇ ਵੀ ਦੁਬਾਰਾ ਦਸੰਬਰ ਦੇ ਵਿੱਚ
ਹੋਰ ਪੈਟਰੋਲਿੰਗ ਲਾਈ ਹੈਗੀ ਆ ਹੋਰ ਆਫਿਸਰਸ ਵਧਾਏ ਹੈਗੇ ਆ ਜੋ ਸਾਡੇ ਮੌਂਟਰੀਅਲ ਐਂਡ ਇੱਥੇ ਬਰੈਂਪਟਨ ਦੇ ਪੋਰਟਸ ਨੇ ਉੱਥੇ ਸਕਰੀਨਿੰਗ ਡਿਵਾਈਸਿਸ ਲਾਏ ਹੈਗੇ ਆ ਆਟੋ ਥੈਫਟ ਦੀ ਮੈਂ ਖਾਸ ਕਰਕੇ ਗੱਲ ਕਰ ਰਹੀ ਹੈਗੀ ਆ ਕਿਉਂਕਿ ਆਟੋ ਥੈਫਟ ਦੇਖਿਆ ਜਾ ਰਿਹਾ ਸੀਗਾ ਵੀ ਐਕਸਪੋਰਟ ਕੀਤੀਆਂ ਜਾ ਰਹੀਆਂ ਸੀ ਕਾਰਸ ਐਂਡ ਇਹ ਇਸ਼ੂ ਵੀ ਇਹਦਾ ਰੂਟ ਕਾਜ਼ ਵੀ ਦੇਖਣਾ ਆਪਾਂ ਨੂੰ ਚਾਹੀਦਾ ਹੈਗਾ ਕਿਉਂਕਿ ਇਹ ਇੰਨਾ ਵੱਡਾ ਇਸ਼ੂ ਨਹੀਂ ਸੀ ਟਾਈਮ ਟੂ ਟਾਈਮ ਫਲਕਚੁਏਸ਼ਨਸ ਆਏ ਹੈਗੇ ਨੇ ਪਰ ਆਫਟਰ ਦ ਪੈਂਡੈਮਿਕ ਕਾਰਸ ਦੀ ਜੋ ਅਵੇਲੇਬਿਲਿਟੀ ਹੈਗੀ ਆ ਬਹੁਤ ਜ਼ਿਆਦਾ ਘੱਟ ਗਈ ਸੀਗੀ ਲਾਈਨਸ 1-2 ਸਾਲ ਲੰਬੀਆਂ ਸੀਗੀਆਂ ਕੋਈ ਨਵੀਂ ਕਾਰ ਲੈਣ ਲਈ ਐਂਡ ਉਸ ਤੋਂ ਬਾਅਦ ਹੀ ਆਪਾਂ ਆਲ ਆਫ ਅ ਸਡਨ ਦੇਖਿਆ ਸੀਗਾ ਵੀ ਕਾਰ ਥੈਫਟ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਸੀ ਕਿਉਂਕਿ ਜੋ ਯੂਜ਼ਡ ਕਾਰਸ ਦੀ ਪ੍ਰਾਈਸਿਸ ਵੀ ਸੀ ਲੋਕ ਉਸ ਟਾਈਮ 'ਤੇ ਹੈਰਾਨ ਹੋ ਰਹੇ ਸੀ ਵੀ ਯੂਜ਼ਡ ਕਾਰ ਨਵੀਂ ਕਾਰ ਨਾਲੋਂ ਮਹਿੰਗੀ ਵਿਕ ਰਹੀ ਸੀਗੀ 2020-2021 ਦੇ ਵਿੱਚ ਐਂਡ ਉਸ ਦੇ ਕਰਕੇ ਆਬਵੀਅਸਲੀ ਵੀ ਸੌ ਕ੍ਰਿਮੀਨਲ ਆਰਗੇਨਾਈਜੇਸ਼ਨਸ ਐਂਡ ਗੈਂਗਸ ਜਿਹੜਾ ਮੇਬੀ ਉਹਨਾਂ ਦਾ ਫੋਕਸ ਆਰਮਸ ਗਨਸ ਐਂਡ ਡਰੱਗਸ ਦੇ ਵਿੱਚ ਸੀਗਾ ਉਹਨਾਂ ਦਾ ਫੋਕਸ ਕਾਰਸ ਦੇ ਵਿੱਚ ਵੀ ਕਾਫੀ ਇੰਟਰਸਟ ਪੈ ਗਿਆ ਸੀਗਾ ਕਿਉਂਕਿ ਇਟ ਵਾਸ ਮੇਕਿੰਗ them a lot of money ਐਂਡ ਇਸ ਕ੍ਰਿਮੀਨਲ ਆਰਗੇਨਾਈਜੇਸ਼ਨਸ ਨੂੰ ਤੋੜਨ ਲਈ ਉਸ ਦੀ ਜੜ ਤੱਕ ਪਹੁੰਚਣ ਲਈ ਦੀ RCMP ਇਜ਼ ਵਰਕਿੰਗ ਵਿਥ ਲੋਕਲ ਪੁਲਿਸ ਫੋਰਸਿਸ ਅਸੀਂ ਆਟੋ ਥੈਫਟ ਦੀ ਜਿਹੜੀ ਪੈਨਲਟੀ ਹੈਗੀ ਆ ਉਹ ਵੀ ਇਨਕਰੀਜ਼ ਕੀਤੀ ਹੈਗੀ ਆ ਉਹਦੀ 14 ਸਾਲ ਪੈਨਲਟੀ ਕਰ ਦਿੱਤੀ ਹੈਗੀ ਆ ਬੇਲ 'ਤੇ ਵੀ ਰਿਫੋਰਮ ਲਿਆਂਦਾ ਹੈਗਾ ਆ ਜਿਹੜੇ ਰਿਪੀਟ ਅਫੈਂਡਰਸ ਲਈ ਹੈਗਾ ਆ ਪਰ ਇਸ ਦੇ ਨਾਲ ਨਾਲ ਪ੍ਰੋਵਿੰਸ ਦਾ ਬਹੁਤ ਵੱਡਾ ਹਿੱਸਾ ਹੈਗਾ ਇਸ ਦੇ ਵਿੱਚ ਕਿਉਂਕਿ ਜਿਹੜੀ ਸਾਰੀ OPP ਐਂਡ ਪੀਐਲ ਰੀਜਨਲ ਪੁਲਿਸ ਟੋਰਾਂਟੋ ਯਾਰਕ ਪੁਲਿਸ ਉਹ ਸਾਰੀ ਪ੍ਰੋਵਿੰਸ ਦੇ ਥੱਲੇ ਆਉਂਦੀ ਹੈਗੀ ਆ ਅਤੇ ਮੈਂ ਕਾਫੀ ਲੋਕਾਂ ਤੋਂ ਸੁਣਦੀ ਹੈਗੀ ਆ ਵੀ ਰਿਸਪੌਂਸ ਟਾਈਮਸ ਵਧੀਆ ਨਹੀਂ ਹੈਗੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਹੈਗੀ ਪੂਰੀ ਲੋਕ ਤਾਂ ਹੀ ਫੜੇ ਜਾਣਗੇ ਜੇ ਇਨਵੈਸਟੀਗੇਸ਼ਨ ਹੋਊਗੀ ਐਵੀਡੈਂਸ ਕਲੈਕਟ ਕੀਤਾ ਜਾਊਗਾ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਇੱਕ ਸਿਸਟਮ ਹੈਗਾ ਆਈ ਨੋ ਫਰਸਟ੍ਰੇਸ਼ਨ ਦੇ ਨਾਲ ਐਂਡ ਇਮੋਸ਼ਨਸ ਦੇ ਨਾਲ ਲੋਕ ਕਈ ਵਾਰ ਚਾਹੁੰਦੇ ਹੈਗੇ ਆ ਵੀ ਸਾਰਿਆਂ ਨੂੰ ਹੀ ਲੋਕਾਂ ਨੂੰ ਰਾਉਂਡ ਅਪ ਕਰਕੇ ਕਿਤੇ ਸਿੱਟਿਆ ਜਾਵੇ ਇਸ ਤਰ੍ਹਾਂ ਇੱਕ ਸਹੀ ਸਿਸਟਮ ਨਹੀਂ ਹੁੰਦਾ ਹੈਗਾ ਆ ਯੂ ਹੈਵ ਟੂ ਹੈਵ ਐਵੀਡੈਂਸ ਯੂ ਹੈਵ ਟੂ ਹੈਵ ਪੁਲਿਸਿੰਗ ਉਸ ਤੋਂ ਬਾਅਦ ਟਰਾਇਲ ਹੋਣੀ ਜ਼ਰੂਰੀ ਹੈਗੀ ਆ ਵੀ ਲਿਵ ਇਨ ਅ ਸਿਵਲਾਈਜ਼ਡ ਸੋਸਾਇਟੀ ਜਿੱਥੇ ਪੀਪਲ ਆਰ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਸੋ ਇਹ ਸਾਰੀਆਂ ਜਿਹੜੀਆਂ ਸਿਸਟਮਸ ਨੇ ਦੇ ਹੈਵ ਟੂ ਵਰਕ ਵੈਲ ਟੁਗੇਦਰ ਆਈ ਵੀ ਨਹੀਂ ਹੋ ਸਕਦਾ ਹੈਗਾ ਵੀ ਜਿਹੜੇ ਹੁਣ ਪ੍ਰੋਵਿੰਸ਼ੀਅਲ ਸਾਰੇ ਕ੍ਰਿਮੀਨਲ ਕੇਸਿਸ ਪ੍ਰੋਵਿੰਸ਼ੀਅਲ ਕੋਰਟਸ ਦੇ ਵਿੱਚ ਜਾਂਦੇ ਹੈਗੇ ਆ ਪ੍ਰੋਵਿੰਸ਼ੀਅਲ ਕੋਰਟਸ ਦੇ ਜਸਟਿਸ ਆਫ ਦ ਪੀਸ ਸਪੈਸ਼ਲੀ ਖਾਸ ਕਰਕੇ ontario ਦੇ ਵਿੱਚ ਜੋ ਜਸਟਿਸ ਆਫ ਦ ਪੀਸ ਨੇ ਦੇ ਆਰ not trained, they're not required to do further trainings. I think trained judges ਹੋਣੇ ਚਾਹੀਦੇ ਹੈਗੇ ਆ ਜੋ bail hearings ਵੀ ਲੈਂਦੇ ਹੈਗੇ ਆ ਐਂਡ ਜੇ ਜੇਲ੍ਹ ਦੇ ਵਿੱਚ ਸਪੇਸ ਨਹੀਂ ਹੈਗੀ ਤਾਂ ਉਸ ਰੀਜ਼ਨ ਦੇ ਕਰਕੇ ਕਿਸੇ ਨੂੰ ਬੇਲ ਨਹੀਂ ਦਿੱਤੀ ਜਾਣੀ ਚਾਹੀਦੀ ਹੈਗੀ ਦ ਰੀਜ਼ਨ ਸ਼ੁਡ ਆਲਵੇਜ਼ ਬੀ ਜੋ ਕਨਸਟੀਟਿਊਸ਼ਨ ਦੇ ਵਿੱਚ ਵੀ ਹੈਗਾ ਐਂਡ ਆਪਣੇ ਕਾਨੂੰਨ ਦੇ ਵਿੱਚ ਹੈਗਾ ਆ ਵੀ ਜੇ ਉਹ ਬੰਦਾ ਸੁਸਾਇਟੀ ਲਈ ਥ੍ਰੈਟ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਉਹ ਰਿਪੀਟ ਅਫੈਂਸ ਨਹੀਂ ਕਮਿਟ ਕਰੂਗਾ ਕਿਸੇ ਨੂੰ ਨੁਕਸਾਨ ਜਾਂ ਕਿਸੇ ਨੂੰ ਖਤਰਾ ਨਹੀਂ ਪਹੁੰਚਾਊਗਾ ਦੈਨ ਤੁਸੀਂ ਉਸ ਨੂੰ ਰਿਲੀਜ਼ ਕਰ ਸਕਦੇ ਹੈਗੇ ਹੋ ਪਰ ਜੇ ਉਸ ਜੱਜ ਨੂੰ ਜਾਂ ਜਸਟਿਸ ਆਫ ਦ ਪੀਸ ਦੇ ਮੂਹਰੇ ਜਿਨ੍ਹਾਂ ਦੇ ਕੋਲ ਜਾ ਰਿਹਾ ਹੈਗਾ ਜਿਨ੍ਹਾਂ ਕੋਲ ਕੋਈ ਲੀਗਲ ਟ੍ਰੇਨਿੰਗ ਨਹੀਂ ਹੁੰਦੀ ਹੈਗੀ ਦੇ ਡੋਂਟ ਹੈਵ ਟੂ ਬੀ ਲਾਇਰਸ ਦੇ ਡੋਂਟ ਹੈਵ ਟੂ ਬੀ ਇਹ ਅਪਾਇੰਟਮੈਂਟਸ ਹੁੰਦੀਆਂ ਹੈਗੀਆਂ ਨੇ ਜੋ ਪ੍ਰੀਮੀਅਰ ਆਫ ontario ਕਰਦਾ ਹੈਗਾ ਆ ਐਂਡ ਇਟ ਇਜ਼ ਇੰਪੋਰਟੈਂਟ ਫॉर them to see the evidence in front of them, see ਵੀ ਕੀ ਕਿਹੜੇ ਚਾਰਜ ਦੇ ਥੱਲੇ ਇਹ ਪਰਸਨ ਆਇਆ ਹੈਗਾ ਆ ਐਂਡ ਉਹ ਚਾਰਜ ਦੇ ਵਿੱਚ ਕੀ ਚੀਜ਼ਾਂ ਵੈਪਨਸ ਯੂਜ਼ ਕੀਤੇ ਗਏ ਹੈਗੇ ਆ all of these things if I was the justice of the peace or a judge if somebody has been using weapons or any of these things in the commission of their crime ਜੋ ਚਾਰਜ ਦੇ ਵਿੱਚ ਹੈਗਾ ਆ then I would not release them back out to the public ਇਹ discretion judges ਦੇ ਕੋਲ ਹੈਗਾ ਆ ਉਹਨਾਂ ਨੂੰ ਆਪਦਾ discretion use ਕਰਨਾ ਚਾਹੀਦਾ ਹੈਗਾ ਆ ਐਂਡ ਉਹ ਬਹੁਤ ਜ਼ਿਆਦਾ lenient ਬਣ ਰਹੇ ਹੈਗੇ ਨੇ ਉਹਦੇ ਮਗਰ ਕਈ ਇਸ਼ੂਜ਼ ਹੋ ਸਕਦੇ ਆ ਕਿਉਂਕਿ they don't have somewhere to send them ਬਾਕੀ ਟਰਾਇਲਸ ਵੀ ਆਪਾਂ ਦੇਖ ਰਹੇ ਹੈਗੇ ਆ ਬਹੁਤ ਜ਼ਿਆਦਾ ਟਰਾਇਲਸ ਸਹੀ ਟਾਈਮ ਦੇ ਵਿੱਚ ਨਹੀਂ ਹੋ ਰਹੀਆਂ ਹੈਗੀਆਂ ਤਾਂ ਕਰਕੇ ਵੀ ਜੱਜਸ ਟਰਾਇਲ ਨੂੰ ਡਿਸਮਿਸ ਕਰ ਰਹੇ ਹੈਗੇ ਆ ਕਿਉਂਕਿ 2-3 ਸਾਲ ਲੋਕ ਵੇਟ ਕਰ ਰਹੇ ਨੇ ਆਪਦੀ ਟਰਾਇਲ ਲਈ ਐਂਡ ਦੈਟਸ ਅਨਰੀਜ਼ਨੇਬਲ ਟਾਈਮ ਐਂਡ ਉਸ ਤੋਂ ਬਾਅਦ ਫਿਰ ਟਰਾਇਲ ਡਿਸਮਿਸ ਹੋ ਜਾਂਦੀ ਹੈ ਕਿਉਂਕਿ ਜ਼ਿਆਦਾ ਟਾਈਮ ਲੱਗ ਗਿਆ ਹੈਗਾ ਇਹਦੇ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਸੋ ਵੀ ਨੀਡ ਅ ਗੁੱਡ ਵਰਕਿੰਗ ਜਸਟਿਸ ਸਿਸਟਮ ਐਂਡ ਅਸੀਂ ਤਿਆਰ ਹੈਗੇ ਆ ਆਪਣੇ ਪ੍ਰੋਵਿੰਸ ਦੇ ਨਾਲ ਕੰਮ ਰਲ ਮਿਲ ਕੇ ਕਰਨ ਲਈ ਪਰ ਆਪਾਂ ਨੂੰ ਸਾਰਿਆਂ ਨੂੰ ਹੀ ਸਾਰੀ ਲੈਵਲਸ ਨੂੰ ਆਪਦੀ ਰਿਸਪੌਂਸਿਬਿਲਿਟੀ ਲੈਣੀ ਪਊਗੀ and so it's a little bit sad ਵੀ provincial election ਦੇ ਵਿੱਚ ਕੋਈ ਵੀ ਮੁੱਦਾ ਖਾਸ ਉੱਠਿਆ ਨਹੀਂ ਹੈਗਾ ਬੜੀ ਜਲਦੀ ਉਹ ਵੀ ਇਲੈਕਸ਼ਨ ਹੋ ਗਈ ਸੀ ਟਾਈਮ ਤੋਂ ਪਹਿਲਾਂ ਐਂਡ ਇੱਕ ਮੈਜੋਰਿਟੀ ਗਵਰਨਮੈਂਟ ਦੇ ਹੋਣ ਦੇ ਬਾਵਜੂਦ ਉਹਨਾਂ ਨੇ अर्ਲੀ ਇਲੈਕਸ਼ਨ ਕਰਾ ਲਈ ਹੈਗੀ ਆ
ਤੇ ਹੈਲਥ ਕੇਅਰ, auto, these criminal issues, education, auto insurance, landlord tenant issues, ਇਹ ਮੈਂ ਰੋਜ਼ ਹੀ ਆਮ ਹੀ ਲੋਕ ਸਾਡੇ ਕੋਲ ਆਉਂਦੇ ਹੈਗੇ ਇਸ ਇਸ਼ੂਜ਼ ਨੂੰ ਡਿਸਕਸ ਕਰਨ ਐਂਡ ਮੈਨੂੰ ਅਫਸੋਸ ਹੈ ਕਿ ਬਹੁਤ ਵਾਰ ਲੋਕਾਂ ਨੂੰ ਐਕਸਪਲੇਨ ਕਰਨਾ ਪੈਂਦਾ ਵੀ ਇਹ ਪ੍ਰੋਵਿੰਸ਼ੀਅਲ ਇਸ਼ੂਜ਼ ਨੇ ਐਂਡ ਹੁਣ ਵੀ ਮੈਂ ਡੋਰ 'ਤੇ ਜਾ ਰਹੀ ਹਾਂ ਲੋਕ ਇਸ਼ੂਜ਼ ਨੂੰ ਰੇਜ਼ ਕਰ ਰਹੇ ਹੈਗੇ ਆ ਅਤੇ ਉਹਨਾਂ ਨੂੰ ਮੈਂ ਫਿਰ ਯਾਦ ਕਰਾਉਂਦੀ ਹਾਂ ਵੀ ਪ੍ਰੋਵਿੰਸ਼ੀਅਲ ਇਲੈਕਸ਼ਨ ਲੰਘ ਕੇ ਗਈ ਆ ਕਿ ਤੁਸੀਂ ਇਹ ਮੁੱਦਾ ਰੇਜ਼ ਕੀਤਾ ਸੀ ਉਹਨਾਂ ਦੇ ਨਾਲ I hope they did. I'm sure some people did. ਪਰ ਉਹ ਇੱਕ ਨੈਸ਼ਨਲ ਲੈਵਲ 'ਤੇ ਕਨਵਰਸੇਸ਼ਨ ਨਹੀਂ ਬਣੀ ਜਾਂ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਕਨਵਰਸੇਸ਼ਨ ਉਸ ਚੀਜ਼ ਦੀ ਨਹੀਂ ਬਣੀ ਐਂਡ ਆਪਾਂ ਨੂੰ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈਗਾ of course governments can work together ਪਰ ਅਸੀਂ ਉਹਨਾਂ ਦੇ ਡਿਸੀਜਨ ਨਹੀਂ ਬਣਾ ਸਕਦੇ ਉਹ ਸਾਡੇ ਡਿਸੀਜਨਸ ਨਹੀਂ ਬਣਾ ਸਕਦੇ right so the community we should come together have these conversations and talk about the division of powers ਬਹੁਤ ਵਧੀਆ ਮੈਮ ਤੁਸੀਂ ਐਕਸਪਲੇਨ ਕੀਤਾ ਉਮੀਦ ਹੈ ਦਰਸ਼ਕਾਂ ਨੂੰ ਵੀ ਸਮਝ ਆਏਗੀ ਕਿ ਪ੍ਰੋਵਿੰਸ਼ੀਅਲ ਸਰਕਾਰ ਦਾ ਕੀ ਕੰਮ ਹੈ ਤੇ ਫੈਡਰਲ ਸਰਕਾਰ ਦਾ ਤੇ ਇਹਦੇ ਨਾਲ ਹੀ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਅਖੀਰ ਦੇ ਵਿੱਚ ਹਾਂਜੀ ਯੈਸ ਪ੍ਰੋਵਿੰਸ਼ੀਅਲ ਸਰਕਾਰ ਦਾ ਮੈਂ ਫਿਰ ਯਾਦ ਕਰਾਉਂਦੀ ਹਾਂ ਵੀ ਕੋਰਟਸ ਜਿਹੜੀਆਂ ਚੱਲਦੀਆਂ ਨੇ ਉਹਨਾਂ ਦੇ ਥੱਲੇ ਚੱਲਦੀਆਂ ਨੇ ਜੱਜਸ ਜੋ ਅਪੁਆਇੰਟ ਕੀਤੇ ਜਾਂਦੇ ਆ ਕ੍ਰਿਮੀਨਲ ਉਹ ਕੋਰਟਸ ਦੇ ਵਿੱਚ ਉਹਨਾਂ ਦੇ ਜਸਟਿਸ ਆਫ ਦਾ ਪੀਸ ਬਿੱਲ ਦਿੰਦੇ ਆ ਜੋ ਇੱਥੇ ਕਰੈਕਸ਼ਨਲ ਸਿਸਟਮਸ ਜੋ ਜੇਲਾਂ ਹੈਗੀਆਂ ਨੇ ਉਹ ਵੀ ਉਹਨਾਂ ਦੇ ਥੱਲੇ ਆਉਂਦੀਆਂ ਹੈਗੀਆਂ ਨੇ ਯੈਸ ਦੇਰ ਆਰ federal jails ਪਰ ਉਹ ਅਲੱਗ ਲੈਵਲ 'ਤੇ ਆਉਂਦੀਆਂ ਹੈਗੀਆਂ ਨੇ the car theft the regular crime you're seeing goes through the provincial courts and so that is very important to know ਬਾਕੀ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹੈਗੀ ਹਾਂ ਵੀ April 28th ਨੂੰ ਇਹ ਇਲੈਕਸ਼ਨ ਹੈਗੀ ਆ ਇੱਕ ਵੀਕਐਂਡ ਪਹਿਲਾਂ 4 ਦਿਨ ਐਡਵਾਂਸ ਵੋਟਿੰਗ 'ਤੇ ਵੀ ਹੋਣਗੇ ਸੋ ਜ਼ਰੂਰ ਬਹੁਤ ਦਿਨ ਹੈਗੇ ਨੇ 5 ਦਿਨ ਲਗਾਤਾਰ ਤੁਸੀਂ ਵੋਟ ਪਾ ਸਕਦੇ ਹੋ ਇਸ ਇਲੈਕਸ਼ਨ ਦੇ ਵਿੱਚ ਵੋਟਸ ਆਫ ਕੋਰਸ ਇਨ ਪਰਸਨ ਵੋਟਿੰਗ ਹੋਗੀ ਜਿਸ ਤਰ੍ਹਾਂ ਇਲੈਕਸ਼ਨਸ ਕੈਨੇਡਾ ਦੀ ਵੋਟਿੰਗ ਹਮੇਸ਼ਾ ਹੀ ਇਨ ਪਰਸਨ ਹੁੰਦੀ ਆ ਤੁਹਾਡੇ ਲੋਕਲ ਸਕੂਲ ਦੇ ਵਿੱਚ ਜਾਂ ਜਿਹੜੀ ਐਡਵਾਂਸ ਵੋਟਿੰਗ ਹੁੰਦੀ ਆ ਉਹ ਆਮ ਤੌਰ 'ਤੇ ਕੋਈ ਵੱਡੇ ਰੈਕ ਸੈਂਟਰ 'ਚ ਹੁੰਦੀ ਹੈਗੀ ਆ ਤੁਸੀਂ ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ 'ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਆਪਦੇ ਕੈਂਪੇਨਸ ਨੂੰ ਕੰਟੈਕਟ ਕਰ ਸਕਦੇ ਹੈਗੇ ਆ ਆਪਦੇ ਏਰੀਆਜ਼ ਦੇ ਵਿੱਚ ਐਂਡ ਆਈ ਹੋਪ ਜੋ ਬਰੈਂਪਟਨ ਨਾਰਥ ਕੈਲੇਡਨ ਦੇ ਲੋਕ ਹੈਗੇ ਨੇ ਮੈਨੂੰ ਸਾਰਿਆਂ ਨੂੰ ਮੌਕਾ ਮਿਲਦਾ ਹੈਗਾ ਉਹਨਾਂ ਦੇ ਨਾਲ ਮਿਲਣ ਦਾ I'm looking forward to it. I'm very excited to represent a new community and meet a lot of new people. ਪਰ ਉਸ community ਦੇ ਵਿੱਚ ਕੁਝ ਪੁਰਾਣੇ ਚਿਹਰੇ ਵੀ ਹੈਗੇ ਨੇ ਕਿਉਂਕਿ we know that ਇੱਥੋਂ ਕੁਝ ਸਟੈਪਸ ਸਾਹਮਣੇ ਹੀ ਕੈਲੇਡਨ ਹੈਗਾ ਆ ਐਂਡ ਮੇਰੇ ਵੀ ਬਹੁਤ ਫਰੈਂਡਸ ਐਂਡ ਜਾਣਨ ਵਾਲੇ ਲੋਕ ਰਹਿੰਦੇ ਹੈਗੇ ਆ ਐਂਡ ਕਾਫੀ ਲੋਕ ਐਜ਼ ਮਾਈ ਐਮ ਡੋਰ ਨੌਕਿੰਗ ਉਹ ਇਸ ਏਰੀਆ ਤੋਂ ਮੂਵ ਹੋ ਕੇ ਉਸ ਏਰੀਆ ਗਏ ਹੈਗੇ ਨੇ ਸੋ ਇਟਸ ਨਾਈਸ ਟੂ ਰੀਕਨੈਕਟ ਵਿਦ them and I'm looking forward to representing this new unique community. ਥੈਂਕ ਯੂ ਸੋ ਮਚ ਮੈਮ ਆਪਣਾ ਟਾਈਮ ਦੇਣ ਦੇ ਲਈ ਐਂਡ ਬੈਸਟ ਆਫ ਲੱਕ ਫॉर ਇਲੈਕਸ਼ਨ Thank you so much. ਤਾਂ ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਬਰੈਂਪਟਨ ਨਾਰਥ ਕੈਲਡਨ ਤੋਂ ਕੈਂਡੀਡੇਟ ਜੋ ਖੜੇ ਹੋਏ ਨੇ ਰੂਬੀ ਸਹੋਤਾ ਜੀ ਚੌਥੀ ਵਾਰ ਉਹ ਇਲੈਕਸ਼ਨਸ ਲੜ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਜੋ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਜਾਂ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਤੁਹਾਡੇ ਨਾਲ तमाम ਜਾਣਕਾਰੀ ਸਾਂਝੀ ਕੀਤੀ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ ਵਧੀਆ ਲੱਗੀ ਹੋਵੇਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ